ਸੁਖਬੀਰ ਬਾਦਲ ਨੂੰ ਵੱਡਾ ਝਟਕਾ। ਫਰੀਦਕੋਟ ਅਦਾਲਤ ਨੇ ਰੱਦ ਕੀਤੀ ਅਗਾਊਂ ਜ਼ਮਾਨਤ ਦੀ ਅਰਜ਼ੀ। ਪ੍ਰਕਾਸ਼ ਸਿੰਘ ਬਾਦਲ ਨੂੰ ਰਾਹਤ। ਕੋਟਕਪੂਰਾ ਗੋਲੀकांड ਦੇ ਵਿੱਚ ਨਾਮਜ਼ਦ ਨੇ ਦੋਵੇਂ। ਫਰੀਦਕੋਟ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦੇਣਗੇ ਸੁਖਬੀਰ ਸਿੰਘ ਬਾਦਲ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕਰਨਗੇ ਅਰਜ਼ੀ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਇਲਜ਼ਾਮ। ਕਿਹਾ ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਹੋ ਰਹੀ ਹੈ ਕੋਸ਼ਿਸ਼, ਪਰ ਉਸ ਦਾ ਵੀ ਜ਼ਿਆਦਾ ਕਸੂਰ ਨਹੀਂ। ਲਾਰੈਂਸ ਨੂੰ ਕੀਤਾ ਜਾ ਰਿਹਾ ਇਸਤੇਮਾਲ। ਮੂਸੇਵਾਲਾ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਦੇ ਵੀ ਲਗਾਏ ਇਲਜ਼ਾਮ। ਜਲਦ ਹਾਈ ਕੋਰਟ ਦਾ ਰੁਖ ਕਰ ਸਕਦੇ ਨੇ ਮੂਸੇਵਾਲਾ ਦੇ ਪਿਤਾ। ਕਿਹਾ ਸੀਨੀਅਰ ਵਕੀਲਾਂ ਦੇ ਨਾਲ ਕਰ ਰਹੇ ਹਾਂ ਸਲਾਹ ਮਸ਼ਵਰਾ, ਜੇ ਨਹੀਂ ਸੁਣੇਗੀ ਸਰਕਾਰ ਤਾਂ ਕੋਰਟ ਦਾ ਖੜਖੜਾਵਾਂਗੇ ਬੂਹਾ। ਪੰਜਾਬੀ ਫਿਲਮ ਅਦਾਕਾਰ ਅਮਨ ਤਾਲੀਬਾਲ ਤੇ ਜਾਨਲੇਵਾ ਹਮਲਾ। ਕੈਲੀਫੋਰਨੀਆ ਦੇ ਜਿਮ ਦੇ ਵਿੱਚ ਤੇਜ਼ਧਾਰ ਹਥਿਆਰ ਦੇ ਨਾਲ ਅਟੈਕ। ਤਾਲੀਬਾਲ ਦੇ ਦਲੇਰੀ ਦਿਖਾਉਂਦਿਆਂ ਦਬੋਚਿਆ ਹਮਲਾਵਰ। ਸਰਕਾਰ ਦਾ 1 ਸਾਲ ਪੂਰਾ ਹੋਣ ਤੇ ਬੋਲੇ ਸੀਐਮ ਭਗਵੰਤ ਮਾਨ। ਦੂਜੇ ਸਾਲ ਦੇ ਵਿੱਚ ਹੁਣ ਤਰੱਕੀ ਦਾ ਦੂਜਾ ਗੇਅਰ। ਸਾਡਾ ਮਕਸਦ ਨੈਕਸਟ ਗਵਰਨਮੈਂਟ ਨਹੀਂ, ਨੈਕਸਟ ਜਨਰੇਸ਼ਨ। ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ ਦੇ ਵਿਗੜੇ ਬੋਲ। ਕਿਹਾ ਇੰਨੇ ਕੰਮ ਕਰਵਾਏ ਪਰ ਫਿਰ ਵੀ ਜਿਹੜਾ ਮੈਨੂੰ ਵੋਟ ਨਾ ਪਾਵੇ ਉਸਦੇ ਫੇਰਨੇ ਚਾਹੀਦੇ ਨੇ ਛਿੱਤਰ। ਕਾਂਗਰਸ ਤੇ ਆਪ ਬੋਲੇ ਕਿਰਨ ਖੇਰ ਵੋਟਰਾਂ ਤੋਂ ਮੰਗਣ ਮੁਆਫੀ। ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਸੰਸਦ ਦੇ ਬਾਹਰ ਤਖਤੀਆਂ ਫੜ ਕੇ ਕੀਤਾ ਪ੍ਰਦਰਸ਼ਨ। ਸੱਤਾ ਧਿਰ ਅਤੇ ਵਿਰੋਧੀਆਂ ਤੇ ਲਗਾਇਆ ਹਾਊਸ ਨਾ ਚੱਲਣ ਦੇਣ ਦੇ ਇਲਜ਼ਾਮ। ਕਿਹਾ ਸ਼ੋਰ 'ਚ ਦਬਾਈ ਜਾ ਰਹੀ ਜਨਤਾ ਦੀ ਆਵਾਜ਼। ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੇ ਮੋਬਿਲਿਟੀ ਪਲਾਨ ਤੇ ਅਹਿਮ ਬੈਠਕ। ਹਰਿਆਣਾ ਦੇ ਸੀਐਮ ਮਨੋਹਰ ਲਾਲ ਕੋਈ ਸ਼ਾਮਲ। ਪੰਜਾਬ ਦੇ ਵੱਲੋਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਹਾਜ਼ਰ। ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੇ ਨਾਲ ਕੁੱਟਮਾਰ। ਫੈਕਟਰੀ ਮਾਲਕਾਂ ਤੇ ਬਿਜਲੀ ਕਰਮੀਆਂ ਦੇ ਵਿਚਾਲੇ ਹੋਈ ਹੱਥੋਂ-ਪਾਈ। 6 ਲੱਖ ਦਾ ਬਿਜਲੀ ਬਿੱਲ ਪੈਂਡਿੰਗ ਹੋਣ ਤੇ ਕਨੈਕਸ਼ਨ ਕੱਟਣ ਆਏ ਸੀ ਮੁਲਾਜ਼ਮ। ਅੰਮ੍ਰਿਤਸਰ ਦੇ ਵਿੱਚ G20 ਸੰਮੇਲਨ ਦੇ ਪ੍ਰੋਗਰਾਮਾਂ ਦੇ ਆਸ-ਪਾਸ ਵਾਲੇ ਇਲਾਕੇ ਨੂੰ ਐਲਾਨਿਆ ਗਿਆ ਨੋ ਫਲਾਈਂਗ ਜ਼ੋਨ। ਖਾਲਿਸਤਾਨੀਆਂ ਦੀ ਧਮਕੀ ਤੋਂ ਬਾਅਦ ਸੁਰੱਖਿਆ ਦੇ ਪੱਖ ਤੋਂ ਲਿਆ ਫੈਸਲਾ। ਸਿਰਫ ਇੰਟਰਨੈਸ਼ਨਲ ਫਲਾਈਟਸ ਹੀ ਭਰਨਗੀਆਂ ਉਡਾਨ। ਅੰਮ੍ਰਿਤਸਰ ਵਿਖੇ ਹੋ ਰਹੇ G20 ਸੰਮੇਲਨ ਦੇ ਵਿੱਚ ਲੱਗੀ ਸੂਫੀ ਤੇ ਸੱਭਿਆਚਾਰਕ ਮਹਿਫਿਲ। ਵਿਦੇਸ਼ੀ ਮਹਿਮਾਨਾਂ ਨੇ ਢੋਲ ਦੀ ਥਾਪ ਤੇ ਪਾਇਆ ਭੰਗੜਾ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਤੇ ਹਰਭਜਨ ਸਿੰਘ ETO ਵੀ ਹੋਏ ਸ਼ਾਮਿਲ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸ਼ੁਰੂਆਤ ਕਰਾਂਗੇ ਇੱਕ ਵੱਡੀ ਖਬਰ ਤੋਂ, ਇੱਕ ਵੱਡੇ ਬਿਆਨ ਤੋਂ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਲਾਰੈਂਸ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੇਰੇ ਪੁੱਤ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਇਹ ਵੱਡਾ ਬਿਆਨ ਉਹਨਾਂ ਨੇ ਦਿੱਤਾ ਹੈ। ਮੇਰੇ ਪੁੱਤ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ। ਲਾਰੈਂਸ ਨੂੰ ਇਸਤੇਮਾਲ ਕੀਤਾ ਜਾ ਰਿਹਾ। ਬਲਕੌਰ ਸਿੰਘ ਦਾ ਕਹਿਣਾ ਹੈ ਮੈਨੂੰ ਲਾਰੈਂਸ ਦਾ ਵੀ ਜ਼ਿਆਦਾ ਕਸੂਰ ਨਹੀਂ ਲੱਗਦਾ। ਇਹ ਵੀ ਉਹਨਾਂ ਨੇ ਕਿਹਾ ਲਾਰੈਂਸ ਨੂੰ ਵੀ ਵਰਤਿਆ ਗਿਆ ਹੈ। ਬਲਕੌਰ ਸਿੰਘ ਇਹ ਕਹਿ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦਾ ਇਹ ਵੱਡਾ ਬਿਆਨ ਆਇਆ ਹੈ। ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੀਰੋ ਬਣਾਇਆ ਜਾ ਰਿਹਾ ਲਾਰੈਂਸ ਬਿਸ਼ਨੋਈ ਨੂੰ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਲਾਰੈਂਸ ਦਾ ਜ਼ਿਆਦਾ ਕਸੂਰ ਨਹੀਂ ਲੱਗਦਾ, ਬਲਕਿ ਲਾਰੈਂਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਲਾਰੈਂਸ ਦਾ ਵੀ ਜ਼ਿਆਦਾ ਕਸੂਰ ਨਹੀਂ ਲੱਗਦਾ, ਲਾਰੈਂਸ ਨੂੰ ਵੀ ਵਰਤਿਆ ਗਿਆ ਹੈ। ਇਹ ਵੀ ਕਿਹਾ ਹੈ ਬਲਕੌਰ ਸਿੰਘ ਨੇ। ਤਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇਹ ਵੱਡਾ ਬਿਆਨ ਦੇ ਰਹੇ ਨੇ। ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਬਿਆਨ ਦੇ ਰਹੇ ਨੇ। ਲਾਰੈਂਸ ਬਿਸ਼ਨੋਈ ਦੇ ਵੱਲੋਂ ਗੋਲਡੀ ਬਰਾੜ ਅਤੇ ਸਚਿਨ ਬਿਸ਼ਨੋਈ ਤੇ ਹੋਰ ਸਾਰੇ ਦੇ ਨਾਲ ਮਿਲ ਕੇ ਇਹ ਵਾਰਦਾਤ ਨੂੰ ਅੰਜਾਮ ਦਵਾਇਆ ਗਿਆ। ਮਾਸਟਰਮਾਈਂਡ ਹੈ ਲਾਰੈਂਸ ਬਿਸ਼ਨੋਈ। ਇਹ ਹੁਣ ਤੱਕ ਜ਼ਿਕਰ ਵੀ ਹੈ ਔਰ ਜਿਸ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਦਾ ਬਾਰ-ਬਾਰ ਜ਼ਿਕਰ ਹੁੰਦਾ ਹੈ। ਪਰ ਮੂਸੇਵਾਲਾ ਦੇ ਪਿਤਾ ਇਹ ਬਿਆਨ ਦੇ ਰਹੇ ਨੇ। ਇਹ ਵੱਡਾ ਬਿਆਨ ਬਲਕੌਰ ਸਿੰਘ ਹੋਰਾਂ ਨੇ ਦਿੱਤਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਮੇਰੇ ਪੁੱਤ ਦੇ ਅਕਸ ਨੂੰ ਢਾਹ ਲਾਉਣ ਦੀ ਸਾਜ਼ਿਸ਼ ਹੋ ਰਹੀ ਹੈ। ਲਾਰੈਂਸ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਮੈਨੂੰ ਲਾਰੈਂਸ ਦਾ ਵੀ ਜ਼ਿਆਦਾ ਕਸੂਰ ਨਹੀਂ ਲੱਗਦਾ। ਇਹ ਵੀ ਉਹ ਕਹਿ ਰਹੇ ਨੇ ਲਾਰੈਂਸ ਨੂੰ ਵਰਤਿਆ ਗਿਆ ਹੈ। ਬੇਟਾ ਮੈਨੂੰ ਤਾਂ ਸਭ ਤੋਂ ਮੰਦਭਾਗੀ ਗੱਲ ਹੈ
ਸਾਡੇ ਲਾ ਐਂਡ ਆਰਡਰ ਦਾ ਜਿਹੜਾ ਜਲੂਸ ਨਿਕਲਣ ਵਾਲੀ ਗੱਲ ਹੈ ਸਾਰੀ, ਉਹ ਸਾਨੂੰ ਵੀ ਬਹੁਤ ਬੁਰੀ ਲੱਗੀ। ਮੈਂ ਵੀ ਕਾਫੀ ਪਰੇਸ਼ਾਨ ਹੋਇਆ ਉਸ ਗੱਲ ਨੂੰ ਜਦੋਂ ਤੋਂ ਮੈਂ ਉਹ ਦੇਖਿਆ। ਪਰ ਇਹ ਸਾਰੀਆਂ ਸੋਚੀਆਂ ਸਮਝੀਆਂ ਚਾਲਾਂ ਨੇ ਸਾਰੀਆਂ। ਇੱਕ ਪਾਸੇ ਇੱਕ ਬਦਮਾਸ਼ ਨੂੰ ਜਿਹੜਾ ਇੱਕ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿਊ ਲਏ ਜਾ ਰਹੇ ਨੇ। ਉਹਦੇ ਕੋਈ 10 ਪੁਆਇੰਟ, ਬਦਮਾਸ਼ ਦੇ 10 ਪੁਆਇੰਟ ਕੀ ਹੋਣਗੇ ਜਿਸ ਤਰ੍ਹਾਂ ਨਾਲ ਉਹਨੂੰ ਐਲਈਡੀਆਂ ਲਾ ਕੇ ਵਿਖਾਇਆ ਜਾ ਰਿਹਾ। ਸੋ ਮੰਦਭਾਗਾ ਆਉਣ ਵਾਲੇ ਇਨ ਫਿਊਚਰ ਇਹਦੇ ਜਿਹੜੇ ਰਿਜ਼ਲਟ ਹੈ ਮਾੜੇ ਹੀ ਨਿਕਲਣਗੇ, ਕੋਈ ਚੰਗੀ ਗੱਲ ਨਹੀਂ ਹੈ। ਔਰ ਦੂਜਾ, ਸਿੱਧੂ ਦੀ ਬਰਸੀ ਹੋਣ ਕਰਕੇ ਇਹ ਜਿਹੜਾ ਭੰਡੀ ਪ੍ਰਚਾਰ ਹੈ, ਜੋ ਸਿੱਧੂ ਦੀ ਇਮੇਜ ਨੂੰ ਢਾਹ ਲਾਉਣ ਦੇ ਲਈ ਜੋ ਇਹ ਅਡੰਬਰ ਰਚਿਆ ਜਾ ਰਿਹਾ ਸਾਰਾ, ਅਸੀਂ ਭਲੀਭਾਂਤ ਸਮਝ ਰਹੇ ਹਾਂ ਸਾਰੀ ਗੱਲ ਨੂੰ। ਪਰ ਸਿੱਧੂ ਦਾ ਇਹ ਕੁਛ ਨਹੀਂ ਕਰ ਸਕਦੇ। ਜੋ ਲੋਕਾਂ ਦੇ ਵਿੱਚ ਸਿੱਧੂ ਨੇ ਆਪਣੀ ਜਗ੍ਹਾ ਬਣਾਈ ਹੈ ਉਹ ਬਰਕਰਾਰ ਰਹੂਗੀ। ਪਰ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਵੀ ਸਿੱਧੂ ਨੂੰ ਬਦਨਾਮ ਕੀਤਾ ਜਾਵੇ ਔਰ ਉਹਦੀ ਬਰਸੀ 'ਤੇ ਘੱਟ ਲੋਕ ਪਹੁੰਚਣ। ਤਾਂ ਇਹਨੂੰ ਇਹ ਕੁਛ ਪੋਲੀਟੀਕਲ ਸਾਈਡ ਤੋਂ ਵੀ ਵੇਖ ਰਹੇ ਨੇ, ਪਤਾ ਨਹੀਂ ਕੀ ਹੈ ਨਾ, ਜਦ ਕਿ ਆਪਾਂ ਤਾਂ ਇੱਕ ਪੀੜਤ ਪਰਿਵਾਰ ਹਾਂ। ਪਰ ਬਹੁਤ ਕੁਛ ਹੋ ਰਿਹਾ। ਸਿੱਧੂ ਦੇ ਜਿੰਨੀਆਂ ਵੀ ਅੱਜ ਤੱਕ ਵੀਡੀਓ ਖਿਲਾਫ ਪਈਆਂ ਹੋਈਆਂ ਨੇ ਉਹ ਕੱਲ੍ਹ ਦੀਆਂ ਸਾਰੀਆਂ ਅਪਲੋਡ ਹੋ ਗਈਆਂ, ਚਾਹੇ ਉਹਦੀ ਇਲੈਕਸ਼ਨ ਲੜਨ ਵੇਲੇ ਦੀ ਹੋਵੇ, ਚਾਹੇ ਕੋਈ ਕਿਸੇ ਵੀ ਕਿਸਮ ਦਾ ਕਦੇ ਸਿੱਧੂ ਦਾ ਵਿਰੋਧ ਹੋਇਆ ਹੋਣਾ ਉਹਦੇ ਜਿਉਂਦੇ ਜੀ, ਉਹ ਕੱਲ੍ਹ ਦਾ ਮੈਂ ਦੇਖ ਰਿਹਾ ਸੋਸ਼ਲ ਮੀਡੀਆ 'ਤੇ ਬਹੁਤ ਅਪਲੋਡ ਹੈ। ਬਹੁਤ ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਸਾਰਾ ਕੁਝ ਹੋ ਰਿਹਾ। ਤਾਂ ਕਸੂਰ ਨਹੀਂ ਲੱਗਦਾ ਕਿ ਲਾਰੈਂਸ ਨੂੰ ਵੀ ਵਰਤਿਆ ਗਿਆ। ਉਹਨਾਂ ਨੇ ਲਾਰੈਂਸ ਨੂੰ ਤੋਂ ਜਿਹੜੀ ਚੀਜ਼ ਕਹਾਉਣੀ ਹੈ ਉਹੀ ਚੀਜ਼ ਹੀ ਕਹਾਈ ਹੈ, ਬਾਕੀ ਨੂੰ ਕੱਟਿਆ ਗਿਆ ਵਿੱਚੋਂ। ਔਰ ਇਹ ਇੱਕ ਸਿੱਧੂ ਦੀ ਛਵੀ ਨੂੰ ਖਰਾਬ ਕਰਨ ਦੀ ਖਾਤਰ ਨਾ ਜਿਹੜੇ ਅਡੰਬਰ ਸਾਰੇ ਰਚ ਰਹੇ ਨੇ, ਪਰ ਇਹਦੇ 'ਚ ਕਾਮਯਾਬ ਨਹੀਂ ਹੋਣਗੇ। ਸਾਡੇ ਪੱਲੇ ਸੱਚ ਹੈ, ਅਸੀਂ ਸੱਚ ਨੂੰ ਲੈ ਕੇ ਲੋਕਾਂ ਦੇ ਵਿੱਚ ਜਾਂਦੇ ਹਾਂ। ਇਹ ਕੋਰ ਸਾਰਾ ਜਿਹੜਾ ਹੈਗਾ ਅਡੰਬਰ ਝੂਠ ਦਾ ਹੈ। ਤਾਂ ਬਲਕੌਰ ਸਿੰਘ ਇੰਟਰਵਿਊ ਦਾ ਜ਼ਿਕਰ ਕਰ ਰਹੇ ਨੇ, ਉਸ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ, ਉਹਨਾਂ ਨੇ ਬਿਆਨ ਦਿੱਤਾ। ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਵਾਲ ਵੀ ਚੁੱਕੇ ਨੇ ਔਰ ਮੁੜ ਤੋਂ ਸਵਾਲ ਚੁੱਕੇ ਨੇ। ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ਨੂੰ ਮੰਦਭਾਗਾ ਦੱਸਿਆ ਹੈ। ਇੱਕ ਜ਼ਿੰਮੇਵਾਰ ਮੰਤਰੀ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ। ਉਹਨਾਂ ਦਾ ਕਹਿਣਾ ਹੈ, ਮੈਨੂੰ ਸਰਕਾਰ ਦੱਸੇ ਮੇਰੇ ਪੁੱਤ ਦਾ ਕੀ ਕਸੂਰ ਸੀ। ਇਹ ਬਲਕੌਰ ਸਿੰਘ ਕਹਿ ਰਹੇ ਨੇ। ਸਿਕਿਉਰਿਟੀ ਲੀਕ ਕਰਨ ਵਾਲਿਆਂ ਤੇ ਐਕਸ਼ਨ ਕਦੋਂ ਹੋਏਗਾ? ਮੇਰੇ ਬੇਟੇ ਨੇ ਜੋ ਗਲਤੀ ਕੀਤੀ ਉਸ ਦਾ ਖਾਮਿਆਜ਼ਾ ਉਸਨੇ ਭੁਗਤ ਲਿਆ, ਪਰ ਸਰਕਾਰ ਨੇ ਜੋ ਗਲਤੀ ਕੀਤੀ ਉਸ ਦਾ ਕੀ? ਇਹ ਸਵਾਲ ਕਰ ਰਹੇ ਨੇ ਉਹ। ਸਿੱਧੂ ਨੂੰ ਮਾਰਨ ਦੇ ਲਈ ਕਰੋੜਾਂ ਰੁਪਏ ਦਾ ਅਸਲਾ ਇਸਤੇਮਾਲ ਹੋਇਆ। ਤਾਂ ਅਮਨ ਅਰੋੜਾ ਮੰਤਰੀ ਜਿਨ੍ਹਾਂ ਦੇ ਵੱਲੋਂ ਕੱਲ ਜਦੋਂ ਏਜੰਡਾ ਪੰਜਾਬ ਸੀ, ਜਦੋਂ ਸਵਾਲ ਜਵਾਬ ਹੋਏ ਤਾਂ ਉਸ ਦੇ ਦੌਰਾਨ ਵੀ ਉਹਨਾਂ ਨੇ ਇਹ ਮੁੜ ਤੋਂ ਦੁਹਰਾਇਆ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਜੇਕਰ ਮੇਰੀ ਕੋਈ ਗੱਲ ਤੱਥ ਪੱਖ ਦੇ ਤੌਰ ਤੇ ਗਲਤ ਹੈ ਤਾਂ ਮੈਨੂੰ ਦੱਸਿਆ ਜਾਵੇ। ਹਾਲਾਂਕਿ ਉਹ ਵਾਰ-ਵਾਰ ਜ਼ਿਕਰ ਕਰ ਰਹੇ ਨੇ ਕਿ ਜੇ ਕਤਲ ਹੋਇਆ ਉਹ ਸਾਡਾ ਵੀ ਭਰਾ ਸੀ, ਸਾਨੂੰ ਵੀ ਬਹੁਤ ਜ਼ਿਆਦਾ ਵੱਡਾ ਦੁੱਖ ਹੈ। ਪਰ ਫਿਰ ਤੋਂ ਉਹਨਾਂ ਨੇ ਗੱਲ ਦਾ ਜ਼ਿਕਰ ਕੀਤਾ ਸਿਕਿਉਰਿਟੀ ਗਾਰਡ ਨੂੰ ਲੈ ਕੇ ਕਿ ਉਹ ਨਾਲ ਲੈ ਕੇ ਨਹੀਂ ਗਏ। ਤਾਂ ਫਿਰ ਉਸ ਤੋਂ ਬਾਅਦ ਹੁਣ ਫਿਰ ਤੋਂ ਪਿਤਾ ਨੇ ਸਵਾਲ ਚੁੱਕੇ ਨੇ, ਬਲਕੌਰ ਸਿੰਘ ਹੋਰਾਂ ਨੇ ਸਵਾਲ ਚੁੱਕੇ ਨੇ। ਕਿ ਸਰਕਾਰ ਨੇ ਜਿਹੜੀ ਸਿਕਿਉਰਿਟੀ ਹੈ ਉਹਨੂੰ ਲੀਕ ਕੀਤਾ ਜਦੋਂ ਸਿਕਿਉਰਿਟੀ ਵਾਪਸ ਲਈ ਸੀ, ਪਰ ਅਮਨ ਅਰੋੜਾ ਕਹਿੰਦੇ ਸੀ ਕਿ ਗਨਮੈਨ ਹੈਗੇ ਸੀ, ਬੁਲਟ ਪ੍ਰੂਫ ਗੱਡੀ ਲੈ ਕੇ। ਇਹ ਸਵਾਲ ਤਾਂ ਪਹਿਲੇ ਵੀ ਕੀਤੇ ਗਏ ਤੁਹਾਡੇ ਕੋਲ, ਤੇ ਕਾਰਵਾਈ ਤੁਸੀਂ ਕਹਿੰਦੇ ਹੋ ਕਿ ਸਰਕਾਰ ਦੇ ਉਸ ਮੀਡੀਆ ਸਲਾਹਕਾਰ ਤੇ ਵੀ ਹੋਣੀ ਚਾਹੀਦੀ ਹੈ, ਉਹ ਹੋਈ ਨਹੀਂ ਅਜੇ। ਸਭ ਤੋਂ ਵੱਡੀ ਗੱਲ ਤਾਂ ਮੈਂ ਅਮਨ ਅਰੋੜਾ ਦੀ ਪਰਸੋਂ ਵੀ ਮੈਂ ਬੋਲਿਆ ਸੀਗਾ ਵੀ ਬੜੀ ਮੰਦਭਾਗੀ ਗੱਲ ਹੈ ਜਿਹੜੀ ਇੱਕ ਜ਼ਿੰਮੇਵਾਰ ਕੈਬਨਿਟ ਮਿਨਿਸਟਰ ਨੇ ਗੱਲ ਕਹੀ। ਉਹ ਕਹਿੰਦੇ ਨਹੀਂ ਵੀ ਉਹਨਾਂ ਕੋਲ 2 ਗਨਮੈਨ ਸੀ, ਪਰ ਗਨਮੈਨ ਸੀ ਜਾਂ ਨਾ ਦੀ ਗੱਲ ਨਹੀਂ ਹੈਗੀ। ਗੱਲ ਹੈਗੀ ਇਸ ਗੱਲ ਦੀ ਵੀ ਇਲੈਕਸ਼ਨ ਹੋਇਆ, ਸਾਡੀ ਸਾਰੀ ਸਿਕਿਉਰਿਟੀ ਬਿਨਾਂ ਦੱਸੇ ਤੋਂ, ਬਿਨਾਂ ਕਿਸੇ ਲਿਖਤੀ ਆਰਡਰ ਤੋਂ ਜਵਾਨੀ ਕਵਾਨੀ ਜਿਹੜੀ ਉਹ ਵਿਡਰਾ ਕਰ ਲਈ ਗਈ। 9 ਦਿਨ ਸਿੱਧੂ ਕੋਲ ਇੱਕ ਵੀ ਸੰਤਰੀ ਨਹੀਂ ਸੀ ਔਰ ਅਸੀਂ ਬੜੇ ਅਮਨ ਮਾਨ ਨਾਲ ਆਪਣੇ ਘਰੇ ਰਹੇ। ਰੌਲਾ ਕਿੱਥੋਂ ਪੈ ਗਿਆ? 28 ਤਰੀਕ ਨੂੰ ਜਦੋਂ ਇਹਨਾਂ ਨੇ ਸਿਕਿਉਰਿਟੀ ਅਨਾਉਂਸ ਕਰਤੀ ਔਰ ਗੋਲਡੀ ਬਰਾੜ ਨੇ ਇਸ ਗੱਲ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਵੀ ਮੰਨ ਲਿਆ ਕਿ ਵੱਡੇ ਜਰਨਲਿਸਟ ਕੋਲੋਂ ਨੇ ਇਹ ਗੱਲ ਕਹੀ ਵੀ ਜਦੋਂ ਸਾਨੂੰ ਪਤਾ ਲੱਗਿਆ ਵੀ ਸਿੱਧੂ ਦੀ ਸਿਕਿਉਰਿਟੀ ਵਿਡਰਾ ਕਰ ਲਈ ਤਾਂ ਉਹਨਾਂ ਨੇ ਆਪਣੀ ਪਾਵਰ ਵਧਾ ਕੇ, ਜਿੱਥੇ 2 ਬੰਦੇ ਪਹਿਲਾਂ ਸਾਡੇ ਇਲੈਕਸ਼ਨ ਦੇ ਵਿੱਚ ਸਾਡਾ ਪਿੱਛਾ ਕਰਦੇ ਸੀ, ਉਹਨਾਂ ਨੇ 8 ਬੰਦੇ ਕਰਤੇ ਅਸਲੇ ਵਾਲੇ ਔਰ ਗ੍ਰਨੇਡ ਦੇਤੇ, AK-47 ਦੇਤੀ ਔਰ ਟਾਰਗੇਟ ਦੇਤਾ 29 ਤੇ 30 ਦਾ। 29 ਨੂੰ ਜੇ ਅਸੀਂ ਬਚ ਵੀ ਜਾਂਦੇ ਤਾਂ ਸਾਡੇ ਰਾਤ ਨੂੰ ਘਰ 'ਤੇ ਹਮਲਾ ਹੋਣਾ ਸੀਗਾ, ਜਿਹਦੀ ਵੀ ਪ੍ਰੋਪਰ ਉਹਨਾਂ ਨੇ ਰੇਕੀ ਕਰਵਾ ਲਈ ਸੀ। ਰੌਲਾ ਸੀ ਵੀ ਉਹਨਾਂ ਨੇ ਸੂਚਨਾ ਲੀਕ ਕੀਤੀ। ਉਹ ਸਿਕਿਉਰਿਟੀ ਬੇਸ਼ੱਕ ਸਾਡੀ ਸਾਰੀ ਵਾਪਸ ਲੈ ਲੈਣੀ, ਨੋ ਪ੍ਰੋਬਲਮ, ਸਰਕਾਰ ਦੀ ਮਰਜ਼ੀ ਹੈ ਸਿਕਿਉਰਿਟੀ ਦੇਣਾ ਜਾਂ ਨਾ ਦੇਣਾ, ਪਰ ਉਹਨੂੰ ਸੋਸ਼ਲ ਮੀਡੀਆ ਤੇ ਅਨਾਉਂਸ ਨਾ ਕੀਤਾ ਜਾਵੇ। ਤਾਂ ਮੂਸੇਵਾਲਾ ਦੇ ਪਿਤਾ ਦਾ ਵੀ ਕਹਿਣਾ ਹੈ ਕਿ ਹੁਣ ਹਾਈ ਕੋਰਟ ਦਾ ਰੁਖ ਕਰਨਗੇ, ਹਾਈ ਕੋਰਟ ਦਾ ਰੁਖ ਕੀਤਾ ਜਾਏਗਾ। ਹਾਈ ਕੋਰਟ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਬਲਕੌਰ ਸਿੰਘ ਕਹਿ ਰਹੇ ਨੇ ਸੀਨੀਅਰ ਵਕੀਲਾਂ ਦੇ ਨਾਲ
ਸਲਾਹ ਮਸ਼ਵਰਾ ਕਰ ਰਹੇ ਹਾਂ, ਜੇ ਸਰਕਾਰ ਨਹੀਂ ਸੁਣੇਗੀ ਤਾਂ ਫਿਰ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ। ਇਹ ਉਹਨਾਂ ਨੇ ਕਿਹਾ ਹੈ। ਹਾਈ ਕੋਰਟ ਜਾਣ ਤੇ ਵਿਚਾਰ ਕੀਤਾ ਜਾ ਰਿਹਾ, ਸੀਨੀਅਰ ਵਕੀਲਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ। ਥੋੜੇ ਦਿਨ ਪਹਿਲਾਂ ਅਸੀਂ ਵੀ ਇਹ ਖਬਰ ਜਿਹੜੀ ਹੈ ਨਸ਼ਰ ਕੀਤੀ ਸੀ, ਜਦੋਂ ਇਹ ਜਾਣਕਾਰੀ ਮਿਲੀ ਸੀ ਕਿ ਹਾਈ ਕੋਰਟ ਪਹੁੰਚੇ ਨੇ ਮਾਪੇ, ਔਰ ਹਾਲਾਂਕਿ 5 ਮਿੰਟ ਉੱਥੇ ਮੌਜੂਦ ਸੀਗੇ, ਉਹਨਾਂ ਨੇ ਸਲਾਹ ਮਸ਼ਵਰਾ ਕੀਤਾ ਹੈ। ਤਾਂ ਉਸ ਵੇਲੇ ਵੀ ਇਹ ਖਬਰ ਸਾਹਮਣੇ ਆਈ ਸੀ ਔਰ ਇਹ ਜਾਣਕਾਰੀ ਸੀ ਕਿ ਕਿਤੇ ਨਾ ਕਿਤੇ ਉਹ ਹਾਈ ਕੋਰਟ ਦਾ ਰੁਖ ਕਰ ਸਕਦੇ ਨੇ। ਔਰ ਫਿਰ ਤੋਂ ਹੁਣ ਉਹ ਜ਼ਿਕਰ ਕਰ ਰਹੇ ਨੇ, ਉਹ ਕਹਿ ਰਹੇ ਨੇ ਕਿ ਜੇਕਰ ਸਰਕਾਰ ਸੁਣੇਗੀ ਤਾਂ ਠੀਕ ਹੈ, ਜੇਕਰ ਸਰਕਾਰ ਨਹੀਂ ਸੁਣੇਗੀ ਤਾਂ ਫਿਰ ਕੋਰਟ ਦਾ ਦਰਵਾਜ਼ਾ ਖੜਖੜਾਇਆ ਜਾਏਗਾ। ਹਾਲੇ ਤੱਕ ਨਹੀਂ ਹੈ, ਪਰ ਅਸੀਂ ਰਹਿ ਲੈ ਰਹੇ ਹਾਂ ਸਾਰੀ ਗੱਲ ਦੀ। ਜਦੋਂ ਕੋਈ ਸਰਕਾਰ ਨਹੀਂ ਸੁਣੂਗੀ ਅਸੀਂ ਮਾਨਯੋਗ ਕੋਰਟ ਦਾ ਹੀ ਦਰਵਾਜ਼ਾ ਖੜਕਾਵਾਂਗੇ ਕਿਸੇ ਨਾ ਕਿਸੇ ਤਰੀਕੇ। ਜੇ ਕੋਈ ਪਹਿਲਾਂ ਉਹਦਾ ਆਧਾਰ ਬਣਾਵਾਂਗੇ, ਕੋਈ ਸਿਆਣੇ ਵਕੀਲਾਂ ਦੀ ਰਾਏ ਲਵਾਂਗੇ, ਜਿਹੜੇ ਐਕਸਪੀਰੀਅੰਸ ਵਾਲੇ ਨੇ, ਉਹਨਾਂ ਨੂੰ ਮਿਲੇ ਆ, ਅੱਗੇ ਵੀ ਮਿਲੂੰਗਾ। ਉਹ ਜਦੋਂ ਕੋਈ ਕਰਾਂਗੇ ਤੁਹਾਨੂੰ ਦੱਸ ਦਿਆਂਗੇ। ਤਾਂ ਇਹ ਵਿਚਾਰ ਕੀਤਾ ਜਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਵੱਲੋਂ ਇਹ ਸਾਰੇ ਬਿਆਨ ਜਿਹੜੇ ਨੇ ਉਹ ਦਿੱਤੇ ਗਏ ਨੇ। ਗੱਲਬਾਤ ਦੇ ਦੌਰਾਨ ਉਹਨਾਂ ਨੇ ਕਿਹਾ ਹੈ, ਪਹਿਲਾ ਪੁਆਇੰਟ ਤਾਂ ਇਹ ਹੈ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਹੀਰੋ ਬਣਾਇਆ ਜਾ ਰਿਹਾ, ਔਰ ਉਸ ਤੋਂ ਬਾਅਦ ਉਹ ਜ਼ਿਕਰ ਕਰਦੇ ਨੇ ਕਿ ਕੈਬਨਿਟ ਮੰਤਰੀ ਜੋ ਅਮਨ ਅਰੋੜਾ ਨੇ, ਉਹਨਾਂ ਦੇ ਬਿਆਨ ਨੂੰ ਉਹਨਾਂ ਨੇ ਮੰਦਭਾਗਾ ਦੱਸਿਆ ਹੈ। ਤਾਂ ਤੀਸਰਾ ਹੈ ਅਹਿਮ ਮਸਲਾ ਕਿ ਉਹ ਹਾਈ ਕੋਰਟ ਦਾ ਰੁਖ ਕਰਨ ਦੀ ਗੱਲ ਕਹਿ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਵਿਚਾਰ ਕਰਨਗੇ ਔਰ ਉਹ ਵਿਚਾਰ ਕਰ ਰਹੇ ਨੇ। ਜੇਕਰ ਸਰਕਾਰ ਜਿਹੜੀ ਹੈ ਨਹੀਂ ਸੁਣੇਗੀ, ਹਾਲਾਂਕਿ ਲਗਾਤਾਰ ਇਨਵੈਸਟੀਗੇਸ਼ਨ ਚੱਲ ਰਹੀ ਹੈ, ਲਗਾਤਾਰ ਅਸੀਂ ਜ਼ਿਕਰ ਕਰਦੇ ਹਾਂ, ਤਾਂ ਹੁਣ ਉਹਨਾਂ ਦਾ ਕਹਿਣਾ ਕਿ ਫਿਰ ਕੋਰਟ ਦਾ ਰੁਖ ਕੀਤਾ ਜਾਏ। ਅੱਗੇ ਵਧਦੇ ਹਾਂ ਤੇ ਇਸ ਵੇਲੇ ਦੀ ਵੱਡੀ ਖਬਰ ਹੈ, ਸੀਬੀਆਈ ਨੇ ਮਨੀਸ਼ ਸਿਸੋਦੀਆ ਤੇ ਇੱਕ ਹੋਰ ਕੇਸ ਦਰਜ ਕੀਤਾ ਹੈ। ਦਿੱਲੀ ਜਾਸੂਸੀ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਦਿੱਲੀ ਫੀਡਬੈਕ ਯੂਨਿਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਹੈ। ਤਾਂ ਸੀਬੀਆਈ ਨੇ ਮਨੀਸ਼ ਸਿਸੋਦੀਆ ਤੇ ਇੱਕ ਹੋਰ ਕੇਸ ਦਰਜ ਕੀਤਾ। ਲਗਾਤਾਰ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਰਿਹਾ। ਮਨੀਸ਼ ਸਿਸੋਦੀਆ ਦੀਆਂ ਦਿੱਲੀ ਜਾਸੂਸੀ ਮਾਮਲੇ ਦੇ ਵਿੱਚ ਐਫਆਈਆਰ ਦਰਜ ਕੀਤੀ ਹੈ। ਦਿੱਲੀ ਫੀਡਬੈਕ ਯੂਨਿਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ। ਤਾਂ ਦੱਸ ਦਈਏ ਕਿ 2015 ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਫੀਡਬੈਕ ਯੂਨਿਟ ਦੀ ਸਥਾਪਨਾ ਕੀਤੀ ਸੀ। ਯੂਨਿਟ ਦੀ ਆੜ ਦੇ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਦੀ ਜਾਸੂਸੀ ਕਰਨ ਦਾ ਇਲਜ਼ਾਮ ਲੱਗਿਆ ਹੈ। ਯੂਨਿਟ ਦੇ ਵਿੱਚ ਭਰਤੀ ਲਈ ਕੇਂਦਰ ਸਰਕਾਰ ਦੀ ਇਜਾਜ਼ਤ ਨਹੀਂ ਲਈ ਗਈ। ਇਸ ਵੇਲੇ ਤਿਹਾੜ ਜੇਲ੍ਹ ਦੇ ਵਿੱਚ ਦੱਸ ਦਈਏ ਕਿ ਮਨੀਸ਼ ਸਿਸੋਦੀਆ ਬੰਦ ਨੇ, ਐਕਸਾਈਜ਼ ਘੁਟਾਲੇ ਦੇ ਮਾਮਲੇ ਦੇ ਵਿੱਚ ਬੰਦ ਨੇ। ਤਾਂ ਉਹਨਾਂ ਦੀ ਗ੍ਰਿਫਤਾਰੀ ਕੀਤੀ, ਜਿਸ ਤੋਂ ਬਾਅਦ ਹੁਣ ਇੱਕ ਹੋਰ ਕੇਸ ਉਹਨਾਂ ਤੇ ਦਰਜ ਹੋਇਆ, ਇੱਕ ਹੋਰ ਐਫਆਈਆਰ ਦਰਜ ਹੋਈ ਹੈ। ਔਰ ਦੱਸ ਦਈਏ ਕਿ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਟਵੀਟ ਵੀ ਕੀਤਾ ਹੈ ਔਰ ਲਿਖਦੇ ਨੇ, ਪ੍ਰਧਾਨ ਮੰਤਰੀ ਦੀ ਯੋਜਨਾ ਮਨੀਸ਼ ਦੇ ਖਿਲਾਫ ਕਈ ਝੂਠੇ ਕੇਸ ਦਰਜ ਕਰਕੇ ਉਹਨਾਂ ਨੂੰ ਲੰਬੇ ਸਮੇਂ ਤੱਕ ਹਿਰਾਸਤ ਦੇ ਵਿੱਚ ਰੱਖਣ ਦੀ ਹੈ, ਦੇਸ਼ ਲਈ ਨਿਰਾਸ਼ਾਜਨਕ। ਤਾਂ ਇਹ ਟਵੀਟ ਕੀਤਾ ਅਰਵਿੰਦ ਕੇਜਰੀਵਾਲ ਨੇ। ਇਸ ਤੋਂ ਪਹਿਲਾਂ ਵੀ ਉਹ ਟਵੀਟ ਕਰਦੇ ਆਏ ਨੇ, ਜਿਸ ਵੇਲੇ ਤੋਂ ਇਹ ਸਾਰਾ ਜਿਹੜਾ ਕਾਰਵਾਈ ਦਾ ਪ੍ਰੋਸੈਸ ਚੱਲ ਰਿਹਾ ਹੈ। ਤਾਂ ਹੁਣ ਵੀ ਉਹਨਾਂ ਨੇ ਇਹ ਟਵੀਟ ਕੀਤਾ ਹੈ। ਦੱਸ ਦਈਏ ਕਿ ਇੱਕ ਹੋਰ ਐਫਆਈਆਰ ਦਰਜ ਕੀਤੀ ਗਈ ਹੈ ਮਨੀਸ਼ ਸਿਸੋਦੀਆ ਤੇ। ਤਾਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ। ਲਗਾਤਾਰ ਮਨੀਸ਼ ਸਿਸੋਦੀਆ ਦੀਆਂ ਮੁਸ਼ਕਿਲਾਂ ਦੇ ਵਿੱਚ ਵਾਧਾ ਹੋ ਰਿਹਾ ਹੈ। ਲਗਾਤਾਰ ਉਹਨਾਂ ਤੇ ਕਾਰਵਾਈ ਜਿਹੜੀ ਹੈ ਉਹ ਵੱਖ-ਵੱਖ ਮਸਲਿਆਂ ਨੂੰ ਲੈ ਕੇ ਬੈਠ ਰਹੀ ਹੈ। ਖਾਸ ਤੌਰ ਤੇ ਐਕਸਾਈਜ਼ ਘੁਟਾਲੇ ਦੇ ਮਾਮਲੇ ਦੇ ਵਿੱਚ ਉਹ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ। ਯੂਨਿਟ ਦੇ ਵਿੱਚ ਜੋ ਦੱਸਦੀ ਹੈ ਕਿ ਇੱਕ ਮਸਲਾ ਇਹ ਕੀ ਹੈ, ਐਫਆਈਆਰ ਜਿਹੜੀ ਨਵੀਂ ਦਰਜ ਹੋਈ ਹੈ, ਇਸ ਦਾ ਆਖਰਕਾਰ ਬੇਸ ਕੀ ਹੈ, ਕਿਸ ਆਧਾਰ ਤੇ ਇਹ ਮਾਮਲਾ ਦਰਜ ਹੋਇਆ ਹੈ। ਜਾਸੂਸੀ ਮਾਮਲੇ 'ਚ ਐਫਆਈਆਰ ਹੋਈ ਹੈ। ਦਿੱਲੀ ਫੀਡਬੈਕ ਯੂਨਿਟ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਔਰ 2015 'ਚ ਆਮ ਆਦਮੀ ਪਾਰਟੀ ਨੇ ਫੀਡਬੈਕ ਯੂਨਿਟ ਦੀ ਸਥਾਪਨਾ ਕੀਤੀ ਸੀ। ਯੂਨਿਟ ਦੀ ਆੜ ਦੇ ਵਿੱਚ ਦੂਜੀ ਪਾਰਟੀਆਂ ਦੇ ਆਗੂਆਂ ਦੀ ਜਾਸੂਸੀ ਕਰਨ ਦਾ ਇਲਜ਼ਾਮ ਲੱਗਿਆ, ਕਿਉਂਕਿ ਇਸ ਨਾਂ ਤੋਂ ਅੰਦਾਜ਼ਾ ਲੱਗਦਾ ਹੈ ਫੀਡਬੈਕ ਯੂਨਿਟ ਯਾਨੀ ਕਿ ਕੋਈ ਕੰਮ ਹੋ ਰਿਹਾ ਤਾਂ ਉਸ ਦੀ ਫੀਡਬੈਕ ਦਿੱਤੀ ਜਾਵੇ। ਪਰ ਯੂਨਿਟ ਦੀ ਆੜ ਦੇ ਵਿੱਚ ਦੂਜੀ ਪਾਰਟੀਆਂ ਦੇ ਆਗੂਆਂ ਦੀ ਜਾਸੂਸੀ ਕੀਤੀ ਗਈ ਹੈ, ਇਸ ਕਿਸਮ ਦੇ ਇਲਜ਼ਾਮ ਲੱਗੇ ਨੇ। शंकर आनंद मेरे सहयोगी दिल्ली तो फोन लाइन पे ने। शंकर, क्या कुछ जानकारी? बहुत बड़ा मसला है और ज्यादा मुश्किलें बढ़ी हैं मनीष सिसोदिया की, क्या कुछ इस मामले में? निश्चित तौर पर देखिए, इस वक्त की एक बड़ी खबर कही जा सकती है। मनीष सिसोदिया के खिलाफ एक नया एफआईआर रजिस्टर किया गया है। ये एफआईआर केंद्रीय जांच एजेंसी सीबीआई के द्वारा रजिस्टर किया गया है और इस एफआईआर में कई बड़े लोगों का नाम है। जिस तरह से बकायदा इस एफआईआर की बात करें तो सीबीआई के द्वारा दर्ज इस एफआईआर में सुकेश नाम के एक आईआरएस अधिकारी का नाम भी है। इसके साथ ही केंद्रीय खुफिया विभाग आईबी में कार्यरत रहे रिटायर्ड अधिकारी प्रदीप कुमार पुंज का नाम भी इस एफआईआर में दर्ज है। इसके साथ ही इस एफआईआर में सीआईएसएफ में कार्यरत रहे सतीश क्षेत्रपाल नाम के एक अधिकारी का भी
जिक्र किया गया है उसको भी बाकायदा नामजद आरोपी बनाया गया है। तो जिस तरह से सीबीआई के द्वारा ये केस रजिस्टर किया गया है और इस केस जो रजिस्टर किया गया है इसमें आईवी के अधिकारी प्रदीप कुमार पुंज के खिलाफ काफी गंभीर आरोप लगे हैं। और जिस तरह से बाकायदा कहा जाए मनीष सिसोदिया के खिलाफ पहले से कई मामले चल रहे थे, लेकिन जिस तरह से मनीष सिसोदिया के खिलाफ एक नया मामला रजिस्टर सीबीआई के द्वारा किया गया है, निश्चित तौर पर उनकी मुश्किलें और ज्यादा बढ़ सकती है। और जिस तरह से फीडबैक जासूसी मामले की अगर बात करें तो इस मामले में दिल्ली के उपराज्यपाल के द्वारा इस मामले पर जांच के निर्देश जो है बकायदा वो दिए गए थे और उसके बाद उसी मामले को आधार बनाते हुए सीबीआई ने केस रजिस्टर किया है। और निश्चित तौर पर कहा जा सकता है कि अब इस मामले में जिससे तफ्तीश का दायरा आगे बढ़ता जाएगा कई लोगों की मुश्किलें बढ़ सकती हैं। तो फिलहाल कहा जा सकता है कि जिस तरह से दिल्ली सरकार से जुड़े हुए कई अधिकारी सीबीआई के रडार पे हैं और जिस तरह से कई लोगों को नामजद आरोपी बनाया गया है उसमें मनीष सिसोदिया को आरोपी नंबर 1 यानी कि सबसे पहला नाम मनीष सिसोदिया का है। उसके बाद उस एफआईआर में सुकेश कुमार का नाम दर्ज है। सुकेश कुमार जो आईएएस अधिकारी हैं और वो भी उस फीडबैक जासूसी मामले में जुड़े हुए थे और उनका नाम भी शामिल है। और जिस तरह से प्रदीप कुमार पुंज को भी बाद में जिस तरह से दिल्ली सरकार में उनको ज्वाइन कराया गया था, जो पहले आईबी में कार्यरत थे लेकिन केंद्रीय खुफिया विभाग में कार्यरत होने के बाद जिस तरह से बाकायदा वो इस पूरे प्रोजेक्ट से जुड़े हुए थे, तो कहा जा सकता है कि जल्द ही इस मामले में कई लोगों से पूछताछ भी की जाएगी। जी ठीक है शंकर, बहुत बहुत शुक्रिया तमाम जानकारी के लिए। तो एक बड़ी खबर है मनीष सिसोदिया ते एक होर केस दर्ज होया ਤਾਂ ਇਹ ਵੀ ਦੱਸ ਦਈਏ ਕਿ ਸੀਬੀਆਈ ਤੋਂ ਬਾਅਦ ਈਡੀ ਨੇ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਸੀ ਔਰ ਉਸ ਵੇਲੇ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਜਨਤਾ सब देख रही है। तो मामला है एक्साइज घोटाले का एक कथित तौर पर मामला है जिसनूं लैके जांच हो रही है और ईडी ने दिल्ली की तिहाड़ जेल दे विच उस तो बाद दस दिए कि सिसोदिया तो 8 घंटे करीब पुछगिछ भी की सी। तो हुणे मामला एक होर मामला है जो दर्ज किया गया है। इस वेले की वड्डी खबर का जिक्र कर रहे हैं और इत्थे जासूसी मामला है फीडबैक यूनिट भ्रष्टाचार मामले च एफआईआर दर्ज हुई है और 2015 ਦੇ ਵਿੱਚ फीडबैक यूनिट की स्थापना हुई थी जिस तो बाद दूसरी पार्टियां के आगुआं की जासूसी करने का इल्जाम लगे। जिवें साडे सहयोगी शंकर आनंद भी जानकारी दे रहे सन, होर अधिकारियों का भी इस च नाम है पर आरोपी नंबर 1 रखा गया है मनीष सिसोदिया। ਤਾਂ ਪੰਜਾਬ ਦੇ ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਸੁਖਬੀਰ ਬਾਦਲ ਤੇ गिरफ्तारी ਦੀ ਤਲਵਾਰ ਲਟਕੀ ਹੈ। ਸੁਖਬੀਰ ਬਾਦਲ ਦੀ ਅਗਾਊ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। ਅਗਾਊ ਜ਼ਮਾਨਤ ਅਰਜ਼ੀ ਰੱਦ ਹੋਈ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਅਗਾਊ ਜ਼ਮਾਨਤ ਮਿਲ ਗਈ ਹੈ, ਮਨਜ਼ੂਰੀ ਮਿਲ ਗਈ ਹੈ ਪਰ ਸੁਖਬੀਰ ਬਾਦਲ ਉਹਨਾਂ ਤੇ गिरफ्तारी ਦੀ ਤਲਵਾਰ ਲਟਕਦੀ ਹੋਈ ਨਜ਼ਰ ਆਈ ਹੈ ਕਿਉਂਕਿ ਉਹਨਾਂ ਦੀ ਅਗਾਊ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ। सो हुण हाई कोर्ट का रुख किया जाना है, प्रकाश सिंह बादल नूं जमानत मिल गई है, अगाऊ जमानत मिल गई है। फरीदकोट अदालत ने यह फैसला सुनाया है। कोटपुरा गोलीकांड वाली चार्जशीट दे विच दस दिए कि दोहां दा नां दाखिल है, दोहां दा नां दर्ज है। 7000 पन्नियां दी चार्जशीट है। हालांकि उसकी कॉपी जिहड़ी है प्रकाश सिंह बादल होरां कोल या सुखबीर सिंह बादल होरां कोल नहीं है। सो तत्काली एसएसपी सुखमिंदर जिहड़े ने उन्हां नूं भी जमानत नहीं मिली, अगाऊ जमानत नहीं मिली, उन्हां दी भी अगाऊ जमानत जिहड़ी है वो रद्द कर दी गई है। तो सिर्फ प्रकाश सिंह बादल ने उस वेले दे मुख मंत्री जिन्हां नूं जमानत मिली है, हालांकि उसका तद पक्की रखा होएगा। ये ऑर्डर्स की जिहड़ी कॉपी है वो आने तो बाद ही साफ होएगा क्योंकि अजे ऑर्डर्स की कॉपी नहीं आई है। सुखबीर सिंह बादल और प्रकाश सिंह बादल के वकील ने उन्होंने नाल जदों गलबात की है दमनवीर सोपती होरां दे नाल, तो उन्हों का कहना कि जिवें ही ऑर्डर की कॉपी आउंदी है तो उसके आधार पर हाई कोर्ट का असीं रुख करांगे और उस तो बाद देखना होएगा। उन्होंने उम्मीद है, वो कह रहे हैं कि हाई कोर्ट तो जिहड़ी जमानत है अगाऊ जमानत जरूर मिलेगी। हालांकि 23 तरीक नूं कोर्ट दे विच पेश होने दे लई भी बुलाया गया है। कोटपुरा गोलीकांड मामले में अज फरीदकोट की अदालत वालों एक अहम फैसला आया जिस विच सुखबीर सिंह बादल की अगाऊ जमानत को रद्द कर दिता गया, जबकि उस वेले के तत्काली मुख्य मंत्री सरदार प्रकाश सिंह बादल की
ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਅੱਜ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਗੱਲ ਕਰੀਏ ਤਾਂ ਕੋਟਕਪੂਰਾ ਗੋਲੀकांड ਮਾਮਲੇ ਵਿੱਚ ਕੁਝ ਦਿਨ ਪਹਿਲਾਂ ਫਰੀਦਕੋਟ ਦੀ ਅਦਾਲਤ ਵਿੱਚ SIT ਵੱਲੋਂ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਤਤਕਾਲੀ ਗ੍ਰਹਿ ਮੰਤਰੀ ਸਨ, ਉਹਨਾਂ ਦਾ ਨਾਮ ਸ਼ਾਮਲ ਸੀ ਔਰ ਇਸ ਤੋਂ ਇਲਾਵਾ ਕਈ ਪੁਲਿਸ ਅਧਿਕਾਰੀਆਂ ਦਾ ਨਾਮ ਵੀ ਇਸ ਜਾਂਚ ਕਮੇਟੀ ਵੱਲੋਂ ਜਿਹੜਾ ਚਲਾਨ ਵਿੱਚ ਪੇਸ਼ ਕੀਤਾ ਗਿਆ ਸੀ। ਤਾਂ ਉਸ ਤੋਂ ਬਾਅਦ ਫਰੀਦਕੋਟ ਦੀ ਅਦਾਲਤ ਵਿੱਚ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੇ ਵਕੀਲ ਵੱਲੋਂ ਇੱਕ ਅਗਾਊ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ। ਤਾਂ ਉਸ ਤੋਂ 2 ਦਿਨ ਪਹਿਲਾਂ ਜਿਹੜੀ ਉਸ ਤੇ ਬਹਿਸ ਹੋਈ ਸੀ ਔਰ ਬਹਿਸ ਦੇ ਦੌਰਾਨ ਕਿ ਵੱਡੇ ਪੱਖ ਜਿਹੜੇ ਰੱਖੇ ਗਏ ਸੀਗੇ ਕਿ ਸਾਰਾ ਮਾਮਲਾ ਜਿਹੜਾ ਪੋਲੀਟੀਕਲ ਮੋਟੀਵੇਟਡ ਹੈ ਔਰ ਸਿਆਸੀ ਲਾਹਾ ਲੈਣ ਲਈ ਜਿਹੜਾ ਉਹਨਾਂ ਦਾ ਨਾਮ ਇਸ ਚਲਾਨਾਂ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਤਾਂ ਉਸ ਤੋਂ ਬਾਅਦ ਅਦਾਲਤ ਵੱਲੋਂ ਜਿਹੜਾ ਇਹ ਫੈਸਲਾ ਰਾਖਵਾਂ ਰੱਖ ਲਿਆ ਗਿਆ ਸੀ, ਜਿਸ ਤੇ ਅੱਜ ਫੈਸਲਾ ਦਿੰਦੇ ਹੋਏ ਇੱਕ ਮਹੱਤਵਪੂਰਨ ਫੈਸਲਾ ਹੈ, ਜਿਸ ਵਿੱਚ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵੱਡੀ ਰਾਹਤ ਦਿੰਦਿਆਂ ਹੋਇਆਂ ਉਹਨਾਂ ਦੀ ਜਿਹੜੀ ਅਗਾਊ ਜ਼ਮਾਨਤ ਅਰਜ਼ੀ ਹੈ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਾਊ ਜ਼ਮਾਨਤ ਨੂੰ ਕਿਤੇ ਨਾ ਕਿਤੇ ਰੱਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਸ ਵੇਲੇ ਦੇ ਫਰੀਦਕੋਟ ਦੇ SSP ਸੁਖਮੰਦਰ ਸਿੰਘ ਮਾਨ ਵੱਲੋਂ ਵੀ ਜਿਹੜੀ ਇੱਕ ਐਪਲੀਕੇਸ਼ਨ ਤੇ ਦਾਇਰ ਕੀਤੀ ਗਈ ਸੀ, ਜਿਸ ਵਿੱਚ ਉਹਨਾਂ ਵੱਲੋਂ ਅਗਾਊ ਜ਼ਮਾਨਤ ਮੰਗੀ ਗਈ ਸੀ ਅਦਾਲਤ ਵੱਲੋਂ। ਤਾਂ ਉਸ ਤੇ ਵੀ ਇੱਕ ਵੱਡਾ ਫੈਸਲਾ ਦਿੰਦੇ ਹੋਏ ਜਿਹੜਾ ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਵੀ ਜਿਹੜਾ ਰੱਦ ਕਰ ਦਿੱਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਹੁਣ ਹਾਈ ਕੋਰਟ ਦਾ ਰੁਖ ਕਰਕੇ ਜਿਹੜੀ ਆਪਦੀ ਅਗਾਊ ਜ਼ਮਾਨਤ ਮੰਗੀ ਜਾਂਦੀ ਹੈ ਜਾਂ ਨਹੀਂ, ਕਿਉਂਕਿ ਲਗਾਤਾਰ ਸਿਆਸੀ ਬਿਆਨ ਜਿਹੜੇ ਇਸ ਤੇ ਆਉਣੇ ਸ਼ੁਰੂ ਹੋ ਗਏ ਨੇ, ਜਿਸ ਵਿੱਚ ਇਹ ਕਿਹਾ ਜਾ ਰਿਹਾ ਅਕਾਲੀ ਲੀਡਰਾਂ ਵੱਲੋਂ ਕਿ ਹੁਣ ਅਸੀਂ ਆਪਦਾ ਜਿਹੜਾ ਅਗਲਾ ਰੁਖ ਹੈ ਹਾਈ ਕੋਰਟ ਦਾ ਕਰਾਂਗੇ, ਕਿਤੇ ਨਾ ਕਿਤੇ ਜਿਹੜੀ ਰਾਹਤ ਲੈਣ ਦੀ ਕੋਸ਼ਿਸ਼ ਜਿਹੜੀ ਹਾਈ ਕੋਰਟ ਵੱਲੋਂ ਕੀਤੀ ਜਾਏਗੀ। ਪਰ ਅੱਜ ਜਿਹੜਾ ਫਰੀਦਕੋਟ ਦੀ ਅਦਾਲਤ ਵੱਲੋਂ ਜਿਹੜਾ ਮਹੱਤਵਪੂਰਨ ਫੈਸਲਾ ਆਇਆ ਉਸ ਵਿੱਚ ਦੱਸ ਦਈਏ ਕਿ ਪ੍ਰਕਾਸ਼ ਸਿੰਘ ਬਾਦਲ ਉਸ ਵੇਲੇ ਦੇ ਤਤਕਾਲੀ ਮੁੱਖ ਮੰਤਰੀ ਉਹਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਅੱਜ ਜਿਹੜਾ ਫਰੀਦਕੋਟ ਦੀ ਅਦਾਲਤ ਵੱਲੋਂ ਉਹਨਾਂ ਦੀ ਅਗਾਊ ਜ਼ਮਾਨਤ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਔਰ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਉਸ ਵੇਲੇ ਦੇ ਗ੍ਰਹਿ ਮੰਤਰੀ ਔਰ ਸਾਬਕਾ ਉਪ ਮੁੱਖ ਮੰਤਰੀ ਹਨ, ਉਹਨਾਂ ਦੀ ਜ਼ਮਾਨਤ ਅਰਜ਼ੀ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ। ਹੁਣ ਅਗਲੀ ਤਰੀਕ ਜਿਹੜੀ 23 ਮਾਰਚ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਸਾਰੇ ਦੋਸ਼ੀਆਂ ਨੂੰ ਜਿਹੜਾ ਪੇਸ਼ ਹੋਣ ਦੇ ਜਿਹੜੇ ਸਮਨਿੰਗ ਹੋਈ ਸੀ, ਹੁਣ ਦੇਖਣਾ ਹੋਏਗਾ ਕਿ 23 ਤਰੀਕ ਨੂੰ ਜਿਹੜੇ ਉਹਨਾਂ ਦੇ ਵਕੀਲ ਨੇ ਕਿਸ ਤਰ੍ਹਾਂ ਦਾ ਰੁਖ ਅਪਣਾਉਂਦੇ ਨੇ, ਕਿਉਂਕਿ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾਏਗੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੂੰ ਜਿਹੜੇ ਪੇਸ਼ੀ ਤੋਂ ਜਿਹੜੀ ਕਿਤੇ ਨਾ ਕਿਤੇ ਰਾਹਤ ਦਿੱਤੀ ਜਾਵੇ, ਪੇਸ਼ੀ ਮਾਫ ਕਰਾਈ ਜਾਵੇ। ਤਾਂ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ 23 ਮਾਰਚ ਤੋਂ ਬਾਅਦ ਅਗਰ ਸਾਰੇ ਦੋਸ਼ੀ ਪੇਸ਼ ਹੁੰਦੇ ਨੇ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਦਾ ਅਦਾਲਤ ਵੱਲੋਂ ਫਰੀਦਕੋਟ ਦਾ ਜਿਹੜਾ ਅਦਾਲਤ ਵੱਲੋਂ ਰੁਖ ਅਪਣਾਇਆ ਜਾਂਦਾ ਹੈ ਜਾਂ ਉਹਨਾਂ ਦੇ ਵਕੀਲ ਕਿਸ ਤਰ੍ਹਾਂ ਦੀਆਂ ਦਲੀਲਾਂ ਜਿਹੜੇ ਇਸ ਕੋਰਟ ਦੇ ਵਿੱਚ ਪੇਸ਼ ਕਰਦੇ ਨੇ। ਪ੍ਰਕਾਸ਼ ਸਿੰਘ ਜੀ ਬਾਦਲ ਦਾ ਦੈਨ ਚੀਫ ਮਿਨਿਸਟਰ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਡਿਪਟੀ ਚੀਫ ਮਿਨਿਸਟਰ ਸਾਹਿਬ ਦੀ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜ਼ਮਾਨਤ ਅਰਜ਼ੀ ਫਰੀਦਕੋਟ ਕੋਰਟ ਨੇ ਮਨਜ਼ੂਰ ਕੀਤੀ ਹੈ, ਉਹਨਾਂ ਨੂੰ ਬੇਲ ਦਿੱਤੀ ਹੈ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਡਿਸਮਿਸ ਕੀਤੀ ਹੈ। ਸੋ ਜਦੋਂ ਡਿਟੇਲ ਆਰਡਰ ਆ ਜਾਊਗਾ ਉਹਦੇ ਚ ਰੀਜ਼ਨਸ ਆ ਜਾਣਗੇ ਕਿ ਕਿਸ ਰੀਜ਼ਨਸ ਤੇ ਡਿਸਮਿਸ ਕੀਤੀ ਹੈ। ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਇਹ ਜਿਹੜਾ ਪਰਚਾ ਹੈ, ਇਹ ਜਿਹੜਾ ਚਲਾਨ ਹੈ, ਇਹ ਪੋਲੀਟੀਕਲੀ ਮੋਟੀਵੇਟਡ ਹੈ। ਇਹ ਇਕੱਲਾ ਸ਼੍ਰੋਮਣੀ ਅਕਾਲੀ ਦਲ ਨਹੀਂ ਕਹਿੰਦਾ। ਇਹ ਪਹਿਲਾਂ ਤੁਹਾਨੂੰ ਯਾਦ ਹੋਵੇ ਕਿ ਕੁੰਵਰ ਵਿਜੇ ਪ੍ਰਤਾਪ ਵੀ ਦੀ ਇਨਵੈਸਟੀਗੇਸ਼ਨ ਕਰ ਰਹੇ ਸੀ, ਉਸ ਸਮੇਂ ਹਾਈ ਕੋਰਟ ਨੇ ਵੀ ਇਹ ਗੱਲਾਂ ਕਹੀਆਂ ਸੀ ਕਿ ਕੁੰਵਰ ਵਿਜੇ ਪ੍ਰਤਾਪ ਇੱਕ ਸਿਆਸੀ ਜਾਂਚ ਕਰ ਰਿਹਾ, ਸਿਆਸੀ ਘੋੜਾ। ਇਹ 307 ਦਾ ਪਰਚਾ ਹੈ, ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ। ਸੇਮ ਉਹੀ ਜੀ ਸਿਚੁਏਸ਼ਨ ਹੈ ਜੋ ਅਜਨਾਲੇ ਵਿਖੇ ਹੋਇਆ, ਜਿੱਥੇ 17 ਪੁਲਿਸ ਮੁਲਾਜ਼ਮ ਇੰਜਰਡ ਹੋਏ, ਇੱਕ SP ਦਾ ਸਿਰ ਪਾਟਿਆ। ਅੰਮ੍ਰਿਤਪਾਲ ਕਹਿੰਦਾ ਮੇਰੇ 20 ਬੰਦੇ ਇੰਜਰਡ ਹੋਏ। ਪਟਿਆਲੇ ਕਾਲੀ ਦੇਵੀ ਦਾ ਮੰਦਿਰ ਦਾ ਇਨਸੀਡੈਂਟ ਆਪਾਂ ਦੇਖਿਆ, ਉੱਥੇ ਵੀ SSP ਨੇ ਗੋਲੀ ਚਲਾਈ ਹੈ, ਇੱਕ ਸਿੱਖ ਨੌਜਵਾਨ ਦੇ ਗੋਲੀ ਲੱਗੀ ਹੈ। ਤਾਂ ਹੁਣ ਇਹ ਜਿਹੜੀ ਸਰਕਾਰਾਂ ਦਾ ਬੈਲੈਂਸ ਆਫ ਕਨਵੀਨੀਅੰਸ ਹੈ, ਇਹ ਕਿੱਥੇ ਜਾਂਦਾ? ਤੁਸੀਂ ਇੱਕ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿੱਥੇ ਇੱਕ ਬੰਦਾ ਇੰਜਰਡ ਹੈ, ਸਿਰਫ ਲੱਤ ਦੇ ਵਿੱਚ ਉਹਦੇ ਸੱਟ ਹੈ, ਉੱਥੇ ਤੇ ਤਾਂ ਤੁਸੀਂ ਕਹਿੰਦੇ ਹੋ ਕਿ ਜੀ ਉਸ ਸਮੇਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਅਸੀਂ ਬੁਲਾਉਣਾ ਹੈ, ਉਹਨਾਂ ਨੂੰ ਚਲਾਨ ਕਰਨਾ ਹੈ। ਤੇ ਤੁਹਾਡੀ ਸਰਕਾਰ ਦੀਆਂ ਜਿਹੜੀਆਂ ਘਟਨਾਵਾਂ ਨੇ ਉੱਥੇ ਤੁਸੀਂ ਭਗਵੰਤ ਮਾਨ ਸਾਹਿਬ ਤੇ ਕੋਈ ਕੇਸ ਨਹੀਂ ਦਰਜ ਕਰਦੇ। ਸੋ ਇਹ ਕਿਵੇਂ ਤੁਸੀਂ ਦਿਖਾਓਗੇ ਕਿ ਇਕੁਇਟੀ ਚੱਲ ਰਹੀ ਹੈ? ਗਰਾਊਂਡਸ ਕੀ ਰੱਖਿਆ ਗਿਆ ਜੀ? ਤੁਸੀਂ ਤਾਂ ਵਕੀਲ ਹੋ ਪੇਸ਼ੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਉਹਦੇ ਚ ਵੀ ਡਿਸੀਜਨ ਤੇ ਵੀ ਔਰ ਸੁਖਬੀਰ ਜੀ ਉਹਨਾਂ ਦੇ। ਦੇਖੋ, ਮੈਂ ਡਿਟੇਲ ਆਰਡਰ ਦੀ ਵੇਟ ਕਰ ਰਿਹਾ। ਡਿਟੇਲ ਆਰਡਰ ਆ ਜੇ, ਉਹਨੂੰ ਮੈਂ ਪੜ੍ਹ ਕੇ ਤੁਹਾਨੂੰ ਫਿਰ ਡਿਟੇਲ ਇੱਕ ਵਾਰੀ ਆਪਾਂ ਗੱਲ ਕਰ ਲਾਂਗੇ। ਬਟ ਐਜ਼ ਆਫ ਨਾਓ ਇੱਕ ਚੀਜ਼ ਬੜੀ ਸਪਸ਼ਟ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਉੱਥੇ ਬੇਲ ਦਿੱਤੀ ਹੈ ਫਰੀਦਕੋਟ ਕੋਰਟ ਨੇ। ਤੇ ਜਿੱਥੇ ਤੱਕ ਰਹੀ ਗੱਲ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ, ਸਰਦਾਰ ਸੁਖਬੀਰ ਸਿੰਘ ਬਾਦਲ ਸਾਡਾ ਹਮੇਸ਼ਾ ਹੀ ਸਪੈਸੀਫਿਕ ਸਟੈਂਡ ਰਿਹਾ ਕਿ ਉਹ ਇਸ ਸਮੇਂ ਪੰਜਾਬ ਦੇ ਵਿੱਚ ਹੀ ਮੌਜੂਦ ਨਹੀਂ ਸੀਗੇ। ਸੋ ਉਹਨਾਂ ਦੀ ਨਾ ਕਦੇ ਕਿਸੇ ਨਾਲ ਕੋਈ ਗੱਲ ਹੋਈ, ਨਾ ਕਿਸੇ ਅਫਸਰ ਨਾਲ ਉਹਨਾਂ ਦਾ ਰਾਬਤਾ ਰਿਹਾ। ਸੋ ਅਗਰ ਅੱਜ ਕੋਰਟ ਨੇ ਉਹਨਾਂ ਦੀ ਬੇਲ ਡਿਸਮਿਸ ਕੀਤੀ ਹੈ ਤਾਂ ਉਹ ਆਰਡਰ ਦੇ ਉੱਤੇ ਮੈਂ ਬਿਲਕੁਲ ਕਿੰਤੂ ਪਰੰਤੂ ਟਿੱਪਣੀ ਨਹੀਂ ਕਰੂੰਗਾ। ਸੋ ਸਾਡੇ ਕੋਲ ਜੋ ਵੀ ਲੀਗਲ ਆਪਸ਼ਨਸ ਹੈਗੀਆਂ ਅਸੀਂ ਐਕਸਪਲੋਰ ਕਰਾਂਗੇ। ਨਿਆਲੇ ਦੀ ਪ੍ਰਕਿਰਿਆ ਔਰ ਜਦੋਂ ਕੋਈ ਵੀ ਮਾਮਲਾ ਨਿਆਲੇ 'ਚ ਕਰਦਾ ਚੱਲ ਰਿਹਾ ਹੋਏ, ਸਾਨੂੰ ਦੇਸ਼ ਦੇ ਨਿਆਂਪਾਲਿਕਾ ਦੇ ਅੰਦਰ ਭਰੋਸਾ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਕਿ ਇਹਦੇ ਤੇ ਟਿੱਪਣੀ ਕਰਨਾ ਸਾਡਾ ਬਣਦਾ ਹੀ ਨਹੀਂ ਹੈ। ਨਿਆਲੇ ਦਾ ਜੋ ਵੀ ਫੈਸਲਾ ਆਏਗਾ ਸਭ ਨੂੰ ਮਨਜ਼ੂਰ ਕਰਨਾ ਚਾਹੀਦਾ।